ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅੰਦਰਲੀ ਵਾਇ ਕੱਟ ਕਰ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਬਿਘਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਨਾਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਧਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ। ਵਾਹਿਗੁਰੂ ਸਾਹਿਬ ਜੀਓ ਦੋਹਰਾ। ਇਕ ਪੰਡਤ ਬੇਨੀ ਹੋਤੋ ਵਿਦਿਆ ਬਿਖੈ ਪ੍ਰਬੀਨਾ। ਨਿਆਏ ਸ਼ਾਸਤਰ ਤੇ ਆਦ ਜੀ
ਰਸਨਾ ਅਗਰ ਸੋਕੀਨਾ। ਇਕ ਪੰਡਤ ਬੇਨੀ ਹੋਤੋ ਵਿਦਿਆ ਬਿਖੈ ਪ੍ਰਬੀਨਾ। ਨਿਆਏ ਸ਼ਾਸਤਰ ਤੇ ਆਦ ਜੀ ਰਸਨਾ ਅਗਰ ਸੋਕੀਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਾਹਰਾ ਜਹੂਰ ਦੀਨਾ ਬੰਧੂ ਭਗਤ ਵਛਲ ਦਇਆ ਕੇ ਖਜ਼ਾਨੇ 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ स्वरूप करुणा निधान निचल चौर छत्र तख्त के मालिक धन धन साहिब आदि श्री गुरु ग्रंथ साहिब जी सच्चे पातशाह। सतगुरां दे सज रहे संध्या समय दे दीवान अंदर खुले दर्शन दीदार करने का सुभाग आपां नूं प्राप्त होया। पावन पवित्र सतसंगत दियां कड़ियां दा आनंद आप सरबत माई पाई निता प्रति माणदे हो। धन धन साहिब श्री गुरु अमरदास जी सच्चे पातशाह जियां दे पावन पवित्र दर कर दी कीर्ति शोभा जस वडियाई रल मिल करके आपां सुणदे विचारदे हां। महाराज दे दरों करों किवें बेअंत जीव वरोसाए जा रहे है। सब दी कल्याण गुरु गरीब नवाज करदे है। जो शरण आवे तिस कंठ लावे एहो बिरद स्वामी संदा। ऐसे दीन दयाल पतत पावन गुरु गरीब नवाज साहिब श्री गुरु अमरदास सच्चे पातशाह जियां दे दर करदियां वडियाइयां आपां पढ़दे हां सुणदे विचारदे हां। जथा प्रसंग आपां पिछे सुनिया विचारिया। गोंदा खत्री किसे संपदा दा मारिया होया जदों इन्हें झूठियां कसमां खा करके अपने शरीकां पासों जमीन आपदे नाम करवाई है जां कब्जा कीता है। वो पापी धरती होण करके बेअंत भूत प्रेत जिन दैंत दिओ ये गौंदे दी चौधरी दी जमीन विच आण डेरा पाया। उत्थे जे कोई भी घर वसदा है रातों रात उन्होंने उजाड़ दिता जांदा सी। दुखी होया खडूर साहब धन गुरु अंगद देव जी महाराज सच्चे पातशाह जियां दे चरनी पहुँचया। बेनती की महाराज कृपा करो उथे कोई शहर आप जी नगर वरोसाओ आप मेहरामत कर सकते हो। धन गुरु अंगद देव जी महाराज ने धन धन बाबा अमरदास जियां नूं अपनी हथों छड़ी दे करके बेअंत अजमतां दे गोइंदवाल जां गोंदे दी धरती जिथे जमीन है ब्यास दे कंढे भेजिया। तो जिथे जाए बह मेरा सतगुरु सो थान सुहावा राम राजे। धन गुरु अमरदास जी सतगुरां पावन पवित्र गोइंदवाल दा सोहना नगर वसाया। जदों गुरता संघासन प्राप्त होया तीजे पातशाह सज बैठे उदों बाद गोइंदवाल साहब की धरती ते ही सतगुरां डेरा रखिया। गोंदा गुरु अमरदास महाराज ते बड़ी शरधा रखदा सी। सुआस पूरे होण करके प्रालब्ध खत्म होई गोंदा अकाल चलाना कर गया चढ़ाई कर गया। पिछे जिहड़ा इहदा परिवार है
ਉਹ ਇਹਦਾ ਕੋਈ ਔਲਾਦ ਤਾਂ ਹੈ ਨਹੀਂ ਸੀ, ਗੋਂਦੇ ਦੇ ਦੱਸਦੇ ਆ। ਇਹਦਾ ਕੋਈ ਮਤਵੰਨਾ ਪੁੱਤਰ ਸੀ, ਕੋ ਮੱਲਿਆ ਹੋਇਆ, ਗੋਦ ਲਿਆ ਹੋਇਆ। ਉਹ ਹੰਕਾਰ ਦਾ ਮਾਰਿਆ ਹੋਇਆ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਤੋਂ ਕੁਝ ਮਾਇਆ ਦੀ ਮੰਗ ਕਰਦਾ ਹੈ ਕਿ ਮਹਾਰਾਜ ਸਾਡਾ ਪੁਰਖਿਆਂ ਦਾ ਥਾਂ ਹੈ, ਅਤੇ ਹੁਣ ਤੁਸੀਂ ਬਥੇਰਾ ਇੱਥੋਂ ਦਰ ਘਰ ਬਣਾ ਲਿਆ, ਪਿੰਡ ਵਸ ਚੁੱਕਾ, ਸਾਰੇ ਸਾਨੂੰ ਦਿੰਦੇ ਆ ਮਾਇਆ, ਤੁਸੀਂ ਵੀ ਦਿਓ। ਗੁਰੂ ਅਮਰਦਾਸ ਜੀ ਕਹਿੰਦੇ ਭਾਈ ਇੱਥੇ ਤਾਂ ਪ੍ਰਸ਼ਾਦਾ ਹੀ ਦੇ ਸਕਦੇ ਹਾਂ, ਇਹ ਤੋਂ ਅੱਗੇ ਅਸੀਂ ਕੁਝ ਦੇ ਨਹੀਂ ਸਕਦੇ। ਮਾਇਆ ਨਾ ਸਾਡੀ ਪਿਰਤਾ ਜੋੜਨ ਦੀ ਨਾ ਕਦੇ ਜੋੜੀ ਹੈ, ਨਾ ਕੋਈ ਧਨ ਕੱਪੜਾ ਗਹਿਣਾ ਰੱਖਿਆ, ਲੰਗਰ ਹੈ ਜਿੰਨਾ ਛਕ ਲਓ। ਉਹ ਕਹਿੰਦਾ ਮਹਾਰਾਜ ਮਾਇਆ ਦਿਓ, ਹਾਂ ਲੰਗਰ ਅਸੀਂ ਆਪੇ ਘਰੇ ਬਣਾ ਲਵਾਂਗੇ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਫਿਰ ਇਹ ਤਾਂ ਤੇਰੀ ਮੰਗ ਪੂਰੀ ਨਹੀਂ ਹੋਣੀ। ਅਸੀਂ ਤਾਂ ਕਹਿੰਦੇ ਹਾਂ ਲਾਲਚ ਛੱਡ ਦੇ, ਗੁਰੂ ਘਰ ਦੀ ਸੇਵਾ ਕਰੋ, ਪਰ ਹੰਕਾਰ ਟਿਕਣ ਨਹੀਂ ਦਿੰਦਾ। ਇਹ ਜਾ ਫਰਿਆਦੀ ਹੋਇਆ ਅਕਬਰ ਬਾਦਸ਼ਾਹ ਦੇ ਕੋਲ। ਅਕਬਰ ਬਾਦਸ਼ਾਹ ਨੂੰ ਜਾ ਦੱਸਿਆ ਵੀ ਗੁਰੂ ਅਮਰਦਾਸ ਜੀ ਸਾਡੀ ਜ਼ਮੀਨ 'ਤੇ ਕਬਜ਼ਾ ਕਰ ਗਏ ਹੈ। ਅਕਬਰ ਦਾ ਇੱਕ ਬੜਾ ਵੱਡਾ ਜਰਨੈਲ ਪਠਾਨ, ਜਿਹੜਾ ਜਦੋਂ ਚਿਤੌੜਗੜ੍ਹ ਦਾ ਕਿਲ੍ਹਾ ਅਕਬਰ ਦਾ ਫਤਿਹ ਨਹੀਂ ਸੀ ਹੁੰਦਾ, ਅਕਬਰ ਨੇ ਇਸੇ ਜਰਨੈਲ ਨੂੰ ਬੇਨਤੀ ਦੇ ਗੁਰੂ ਅਮਰਦਾਸ ਮਹਾਰਾਜ ਦੇ ਪਾਸ ਭੇਜਿਆ ਸੀ, ਔਰ ਮਹਾਰਾਜ ਨੂੰ ਬੇਨਤੀ ਕੀਤੀ ਸੀ ਵੀ ਅਕਬਰ ਨੇ ਮਹਾਰਾਜ ਬੇਨਤੀ ਭੇਜੀ ਹੈ ਵੀ ਚਿਤੌੜਗੜ੍ਹ ਦਾ ਕਿਲ੍ਹਾ ਫਤਿਹ ਨਹੀਂ ਹੋ ਰਿਹਾ। ਮਹਾਰਾਜ ਕਹਿੰਦੇ ਜਦੋਂ ਬੌਲੀ ਦਾ ਕੜ ਟੁੱਟੇਗਾ ਉਦੋਂ ਹੀ ਇਹ ਤੁਹਾਡਾ ਕਿਲ੍ਹਾ ਫਤਿਹ ਹੋ ਜਾਵੇਗਾ। ਭਾਈ ਮਾਣਕ ਚੰਦ ਵਰਗਿਆਂ ਜਦੋਂ ਬੌਲੀ ਸਾਹਿਬ ਦਾ ਹੇਠੋਂ ਕੜ ਤੋੜਿਆ, ਉਸੇ ਐਤਵਾਰ ਨੂੰ ਹੀ ਚਿਤੌੜਗੜ੍ਹ ਦਾ ਕਿਲ੍ਹਾ ਫਤਿਹ ਹੋਇਆ। ਇਹ ਸਭ ਕੌਤਕ ਵੇਖ ਕੇ ਅਕਬਰ ਨੂੰ ਇਸੇ ਪਠਾਨ ਨੇ ਦੱਸਿਆ ਸੀ। ਜਦੋਂ ਗੋਂਦੇ ਦਾ ਪੁੱਤ ਪਹੁੰਚਿਆ ਅਕਬਰ ਦੇ ਦਰਬਾਰ ਅੰਦਰ, ਮਹਾਰਾਜ ਦੀ ਚੁਗਲੀ ਕੀਤੀ, ਨਿੰਦਾ ਕੀਤੀ। ਉਹ ਪਠਾਨ ਨੇ ਸਾਰੀ ਗੱਲਬਾਤ ਦੱਸੀ ਬਾਦਸ਼ਾਹ ਅਕਬਰ ਨੂੰ ਕਿ ਝੂਠ ਬੋਲਦਾ ਹੈ, ਬਾਦਸ਼ਾਹ ਇਹ ਪਾਪੀ ਲੋਕ ਹੈ, ਗੁਰੂ ਘਰ ਨਾਲ ਅਕਾਰਨ ਈਰਖਾ ਕਰਦਾ ਹੈ, ਅੜਿੱਕੇ ਲੈਂਦਾ ਹੈ, ਸੇਵਾ ਵਿੱਚ ਰੋਕ ਪਾਉਂਦਾ ਹੈ, ਮਹਾਰਾਜ ਤੋਂ ਮਾਇਆ ਦੀ ਮੰਗ ਕਰਦਾ ਹੈ। ਇਹਨਾਂ ਦੇ ਪਿਤਾ ਨੇ ਜ਼ਮੀਨ ਆਪਦੀ ਮਰਜ਼ੀ ਨਾਲ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਚਰਨਾਂ ਵਿੱਚ ਭੇਂਟ ਕੀਤੀ ਹੈ, ਹੁਣ ਇਹ ਮਗਰੋਂ ਹੱਕ ਜਤਾਉਂਦਾ। ਤੋ ਅਕਬਰ ਦੇ ਦਰਬਾਰ ਤੋਂ ਵੀ ਕਾਫੀ ਧੱਕੇ ਧੁੱਕੇ ਵੱਜੇ ਆ, ਕੁੱਟਮਾਰ ਹੋਈ। ਬਾਅਦ ਵਿੱਚ ਜਦੋਂ ਨਾ ਇਹਦੀ ਗੱਲ ਸੁਣੀ, ਨਾਲ 10-15 ਨਿੰਦਕ ਨੌਕਰ ਲੈ ਕੇ ਤੇ ਸਿਰ 'ਤੇ ਉਹ ਮਲਜੂਈ ਭਰਿਆ ਨੀਲਾ ਕਾਲਾ ਖਿਦੋਲੜਾ ਕੱਪੜਾ ਜਿਹਾ ਬੰਨ੍ਹ ਕਰਕੇ, ਨੀਲਾ ਕਾਲਾ ਮੈਲ ਅਤੇ ਜੂਆਂ ਨਾਲ ਭਰਿਆ ਹੋਇਆ ਡੱਬ ਖੜੱਬਾ ਅਕਬਰ ਦੇ ਬਾਹਰ ਦਰਵਾਜ਼ੇ 'ਤੇ ਬੈਠੇ ਹੈ। ਪਰ ਕੁਝ ਨਾ ਬਣਿਆ, ਵਾਪਸ ਮੁੜ ਆਏ। ਸਿੱਖਾਂ ਬੇਨਤੀ ਕੀਤੀ ਸੀ ਜਦੋਂ ਗੁਰੂ ਰਾਮਦਾਸ ਜੀ ਗੁਰਤਾ ਸਿੰਘਾਸਣ 'ਤੇ ਬਿਰਾਜੇ ਹੈ ਵੀ ਮਹਾਰਾਜ ਉਹ ਸਾਰੀ ਵਾਰਤਾ ਸੁਣਾਓ। ਗੌੜੀ ਦੀ ਵਾਰ ਅੰਦਰ ਧੰਨ ਗੁਰੂ ਸੋਢੀ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਉਹ ਸਾਰੀ ਵਾਰਤਾ ਸਿੱਖਾਂ ਨੂੰ ਸੁਣਾਈ ਹੈ। ਤੋ ਇਸ ਤਰ੍ਹਾਂ ਦੀ ਹਾਲਤ ਗੁਰੂ ਘਰ ਦੇ ਨਿੰਦਕਾਂ ਦੀ ਹੋਈ, ਜਥਾ ਆਪਾਂ ਪਿੱਛੇ ਸੁਣੀ ਹੈ। ਤੋ ਹਲਤ ਨਾ ਸੋਭਾ ਪਲਟ ਨਾ ਢੋਈ, ਅਹਿਲਾ ਜਨਮ ਗਵਾਇਆ। ਇਸ ਸੰਸਾਰ ਵਿੱਚ ਵੀ ਨਿੰਦਾ ਅਤੇ ਅਗਲਾ ਜਿਹੜਾ ਪਰਲੋਕ ਹੈ ਉਹ ਵੀ ਗਵਾ ਬਹਿੰਦੇ ਹੈ, ਜਿਹੜੇ ਗੁਰੂ ਕੇ ਦਰ ਘਰ ਦੇ ਨਾਲ ਮੱਥਾ ਲਾਉਂਦੇ ਹੈ। ਇਹ ਪ੍ਰਸੰਗ ਆਪਾਂ ਕੱਲ੍ਹ ਸੁਣਿਆ। ਬਾਅਦ ਵਿੱਚ ਇਹਦਾ ਦੱਸਦੇ ਆ ਕਿ ਗੋਂਦੇ ਦਾ ਪੋਤਰਾ ਹੀ ਰਹਿ ਗਿਆ ਸੀ ਇਕੱਲਾ, ਸਾਰੇ ਹੀ ਮਰ ਮੁੱਕ ਗਏ ਸਨ। ਜਿਵੇਂ ਉਹ ਗੁਰੂ ਰਾਮਦਾਸ ਮਹਾਰਾਜ ਦੇ ਸਮੇਂ ਜਾਂ ਸ਼੍ਰੀ ਰਾਮਦਾਸ ਜੀ ਨੂੰ ਮਿਲਣ ਆਏ ਸੀ ਲਾਹੌਰੀਏ ਸੋਢੀ, ਸਿੱਖ ਦੇ ਹੱਥ ਸੁਨੇਹਾ ਕਲਾਇਆ। ਗਿਆਨੀ ਗਿਆਨ ਸਿੰਘ ਜੀ ਲਿਖਦੇ ਹੈ, ਕਹਿੰਦੇ ਸੀ ਜਾਓ ਕਹੋ ਗੁਰੂ ਅਮਰਦਾਸ ਨੂੰ ਵੀ ਤੁਹਾਡੇ ਕੁੜਮ ਆਏ ਹੈ, ਰਾਮਦਾਸ ਦੇ ਸ਼ਰੀਕ ਆਏ ਹੈ।
ਸਿੱਖ ਨੇ ਜਦੋਂ ਜਾ ਗੁਰੂ ਅਮਰਦਾਸ ਮਹਾਰਾਜ ਨੂੰ ਆਖਿਆ ਵੀ ਮਹਾਰਾਜ ਲਾਹੌਰੀਏ ਸੋਢੀ ਇਸ ਤਰ੍ਹਾਂ ਕਹਿੰਦੇ ਆ। ਮਹਾਰਾਜ ਕਹਿੰਦੇ ਉਹਨਾਂ ਨੂੰ ਆਖੋ ਵੀ ਗੁਰੂ ਕਿਸੇ ਦਾ ਕੁੜਮ ਨਹੀਂ ਅਤੇ ਰਾਮਦਾਸ ਦਾ ਕੋਈ ਸ਼ਰੀਕ ਨਹੀਂ ਰਹਿਣਾ। ਉਹ ਜਦੋਂ ਫਿਰ ਗੰਗਾ ਇਸ਼ਨਾਨ ਕਰਨ ਗਏ ਸੀ, ਉੱਥੇ ਬਿਮਾਰੀ ਦੀ ਸਾਰੀ ਭੇਟ ਚੜ੍ਹ ਗਏ ਸੀ, ਬੜੇ ਥੋੜ੍ਹੇ ਬਚੇ ਸੀ। ਉਹਨਾਂ ਨੂੰ ਲਾਹੌਰ ਇੱਥੋਂ ਦੇ ਸੂਬਾ ਸੀ ਜਿਹੜਾ ਉਸ ਸਮੇਂ ਉਹਨੇ ਉਜਾੜ ਦਿੱਤਾ ਸੀ, ਸਾਰੇ ਸੋਢੀ ਭਜਾ ਦਿੱਤੇ ਸੀ ਲਾਹੌਰੋਂ। ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਇਹ ਖਾਲਸਾ ਰਾਜ ਆਇਆ, ਬਾਦਸ਼ਾਹ ਬਣੇ ਹੈ, ਉਸ ਸਮੇਂ ਇਹਨਾਂ ਨੇ ਫਿਰ ਪਾਸੋਂ ਲਿਆ ਕੇ ਇੱਥੇ ਇਸ ਚੂਨਾ ਮੰਡੀ ਇਸ ਮਹੱਲੇ ਦੇ ਵਿੱਚ ਸਿੱਖਾਂ ਦੀ ਹਿੰਦੂਆਂ ਦੀ ਆਬਾਦੀ ਇਕੱਠੀ ਕੀਤੀ ਹੈ। ਹੁਣ ਵੀ ਕੁਝ ਘਰ ਹਨ ਅਤੇ ਇਸ ਤਰ੍ਹਾਂ ਜਿਹੜੇ ਵੀ ਗੁਰੂ ਘਰ ਦੇ ਨਾਲ ਸ਼ਰੀਕਾ ਕੀਤਾ, ਐਸੀ ਉਹਨਾਂ ਦੀ ਹਾਲਤ ਹੋਈ। ਸਾਰਾ ਗੋਂਦੇ ਦਾ ਜੀ ਏਜੰਟ ਚੜ੍ਹਾਈ ਕਰ ਗਿਆ, ਇੱਕ ਪੋਤਰਾ ਛੋਟਾ ਜਿਹਾ ਰਹਿ ਗਿਆ। ਗੋਂਦੇ ਦੀ ਪਤਨੀ ਜਿਹੜੀ ਆਪਦੇ ਪੋਤਰੇ ਨੂੰ ਨਾਲ ਲੈ ਕੇ ਗੁਰੂ ਅਮਰਦਾਸ ਮਹਾਰਾਜ ਦੇ ਚਰਨੀ ਪਹੁੰਚਦੀ, ਬੇਨਤੀ ਕੀਤੀ ਵੀ ਮਹਾਰਾਜ ਭੁੱਲ ਹੋਈ ਸਾਡੇ ਟੱਬਰ ਤੋਂ, ਤੁਹਾਡੇ ਨਾਲ ਸ਼ਰੀਕਾ ਕੀਤਾ, ਵੈਰ ਕੀਤਾ, ਆਪ ਕਿਰਪਾ ਕਰੋ, ਸਾਡੇ ਬੱਚੇ ਨੂੰ ਰੱਖ ਲਓ, ਸਾਡੀ ਅੰਸ਼ ਖਤਮ ਹੋ ਜਾਣੀ ਹੈ। ਮਹਾਰਾਜ ਨੇ ਵਰਦਾਨ ਦਿੱਤਾ, ਮਾਈ ਬਹੁਤ ਅੰਸ਼ ਵਧੇ ਫੁੱਲੇਗੀ, ਗੁਰੂ ਨਾਨਕ ਪਾਤਸ਼ਾਹ ਦੇ ਨਾਲ ਸਦਾ ਬਣਾ ਕੇ ਰੱਖੋ ਅਤੇ ਕਦੇ ਮਹਾਰਾਜ ਦੇ ਦਰ ਤੋਂ ਆਕੀ ਨਾ ਹੋਵੋ। ਇਸ ਤਰ੍ਹਾਂ ਮਹਾਰਾਜ ਨੇ ਇਹਨਾਂ ਨੂੰ ਬਖਸ਼ਿਸ਼ਾਂ ਕੀਤੀਆਂ। ਇਹ ਪ੍ਰਸੰਗ ਆਪਾਂ ਪਿਛਲੇ ਕੱਲ੍ਹ ਦੀ ਬਾਣ ਵਿੱਚ ਸੁਣਿਆ ਵਿਚਾਰਿਆ ਹੈ। ਅੱਗੇ ਇੱਕ ਵਿਦਿਆ ਦਾ ਬੜਾ ਹੰਕਾਰੀ, ਕਾਫੀ ਪੜ੍ਹਿਆ ਵਿਦਵਾਨ ਬੇਣੀ ਪੰਡਤ, ਇਹ ਦਿਗਵਿਜਈ ਕਹਾਉਂਦਾ ਹੋਇਆ, ਵਿਦਵਾਨਾਂ ਨੂੰ ਜਿੱਤਦਾ ਹੋਇਆ ਆਣ ਗੁਰੂ ਅਮਰਦਾਸ ਮਹਾਰਾਜ ਦੇ ਦਰ ਪਹੁੰਚਿਆ। ਇਹਦੀ ਮਹਾਰਾਜ ਨੇ ਹੰਕਾਰ ਦੀ ਜਿਵੇਂ ਨਿਵਰਤੀ ਕੀਤੀ, ਉਹ ਸਾਰਾ ਪ੍ਰਸੰਗ ਆਉਂਦਾ ਹੈ, ਸੁਣੀਏ। ਮਨ ਚਿਤ ਬਿਰਤੀਆਂ ਇਕਾਗਰ ਕਰੋ, ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਹਿਰਦੇ ਵਸਾਓ, ਰਸਨਾ ਕਰੋ ਜੀ ਪਵਿੱਤਰ, ਆਖਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇੱਕ ਪੰਡਤ ਬੇਨੀ ਹੁਤੋ। ਪਹਿਲੀ ਰਾਸ ਤੇ 62 ਅੰਸੂ ਅੰਦਰ ਕਵੀ ਸੰਤੋਖ ਸਿੰਘ ਜੀ ਬੇਣੀ ਨਾਵੇਂ ਪੰਡਤ ਵਿਦਵਾਨ ਵਿਦਿਆ ਹੰਕਾਰੀ ਦਾ ਪ੍ਰਸੰਗ ਲਿਖਦੇ, ਜ਼ਿਕਰ ਕਰਦੇ ਹੈ। ਕਹਿੰਦੇ ਇੱਕ ਬੇਣੀ ਨਾਮ ਦਾ ਪੰਡਤ ਬ੍ਰਾਹਮਣ ਹੈ, ਵਿਦਿਆ ਬਿਖੈ ਪ੍ਰਬੀਨ, ਜਿਹੜਾ ਵਿਦਿਆ ਵਿੱਚ ਬੜਾ ਪਰਪੱਕ ਹੈ, ਬੜੀ ਵਿਦਿਆ ਪੜ੍ਹਿਆ ਹੋਇਆ, ਬੜਾ ਸਿਆਣਾ ਵਿਦਿਆ ਦੀ ਚਤੁਰਾਈ ਵਿੱਚ। ਨਿਆਏ ਸ਼ਾਸਤਰ ਤੇ ਆਦ ਜੀ, ਜਿਹੜੇ 6 ਸ਼ਾਸਤਰ ਹੈ, ਨਿਆਏ ਸ਼ਾਸਤਰ ਹੈ, ਸ਼ਾਂਖਕ ਹੈ, ਪਤੰਜਲ ਹੈ, ਮੀਮਾਂਸਾ ਹੈ, ਇਸੇ ਪ੍ਰਕਾਰ ਵੇਦਾਂਤ ਹੈ। ਇਹ ਜਿਹੜੇ ਮੀਮਾਂਸਾ ਜਾਂ ਇਹ ਨਿਆਏ ਸ਼ਾਸਤਰ ਤੋਂ ਆਦਿਕ ਜਿਹੜੇ ਹੋਰ 5 ਸ਼ਾਸਤਰ ਹਨ, ਰਸਨਾ ਅਗਰ ਸ਼ੌਕੀਨ, ਇਹਨੇ ਰਸਨਾ ਦੇ ਅੱਗੇ ਕੀਤੇ ਹੋਏ ਭਾਵ ਬੜੇ ਮਿਹਨਤ ਕਰ ਕਰਕੇ ਪੜ੍ਹ ਕੇ ਰਸਨਾ ਦੇ ਅੱਗੇ ਹੀ ਵਸਾਏ ਹੋਏ ਹੈ। ਕਹਿ ਲਓ ਵੀ ਜ਼ੁਬਾਨੀ ਕੰਠ ਹੈ, ਬਹੁਤ ਜ਼ਿਆਦਾ ਵਿਦਿਆ ਇਹਦੇ ਪਾਸ ਹੈ, ਵੇਦਾਂ ਸ਼ਾਸਤਰਾਂ ਦੀ। ਚਾਪਈ ਦੇਸ਼ ਵਿਦੇਸ਼ਨ ਵਿਖੇ ਹਮੇਸ਼, ਤੇ ਇਸੇ ਤਰ੍ਹਾਂ ਫਿਰ ਇਹ ਕੀ ਕਰਦਾ ਬੇਣੀ ਪੰਡਤ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੁਰਿਆ ਫਿਰਦਾ ਹੈ, ਵਿਦਿਆ ਦਾ ਹੰਕਾਰੀ ਹੋ ਕੇ। ਵਿਚਰਤ ਵਿਦਿਆ ਮਾਨ ਵਿਸ਼ੇਸ਼, ਜਿਹਨੂੰ ਵਿਦਿਆ ਦਾ ਬੜਾ ਮਾਣ ਹੈ, ਵਿਸ਼ੇਸ਼ ਕਰਕੇ ਇੱਕੋ ਹੀ ਕੰਮ ਕਰਦਾ ਹੈ। ਕਹਿੰਦੇ ਇੱਕ ਉੱਠ ਜਾ, ਨਾਲ ਉਹ ਗ੍ਰੰਥਾਂ ਦਾ ਭਰ ਕੇ ਗੱਡਾ ਲਈ ਫਿਰਦਾ ਅਤੇ ਐਂ ਤੁਰਿਆ ਫਿਰਦਾ ਦੇਸ਼ਾਂ ਵਿਦੇਸ਼ਾਂ ਦੇ ਅੰਦਰ। ਜਹਾਂ ਪਠਤ ਵਿਦਿਆ ਸੁਨ ਲੇਹ, ਜਿੱਥੇ ਸੁਣਦਾ ਨਾ ਵੀ ਕੋਈ 4 ਅੱਖਰ ਵਿਦਿਆ ਪੜ੍ਹਿਆ ਹੈ, ਕੋਈ ਵਿਦਵਾਨ ਹੈ ਜਿਸ ਨਗਰ ਸ਼ਹਿਰ ਵਿੱਚ, ਤਹਿ ਪਹੁੰਚੈ ਚਰਚਾ ਹਿਤ ਇਹੋ। ਇਹ ਬੇਣੀ ਪੰਡਤ ਹੰਕਾਰੀ ਉੱਥੇ ਪਹੁੰਚ ਜਾਂਦਾ ਹੈ, ਜਿੱਥੇ ਨੂੰ ਪਤਾ ਚੱਲਦਾ ਹੈ ਵੀ ਕੋਈ 4 ਅੱਖਰ ਪੜ੍ਹਿਆ ਹੈ, ਇਹ ਬੇਣੀ ਉੱਥੇ ਹੀ ਪਹੁੰਚ ਜਾਂਦਾ ਹੈ। ਕਹਿੰਦਾ ਮੇਰੇ ਨਾਲ ਵਿਚਾਰ ਕਰੋ ਵੀ ਤੂੰ ਵੱਧ ਪੜ੍ਹਿਆ, ਵਿਦਵਾਨ ਜ਼ਿਆਦਾ ਹੈ ਕਿ ਮੈਂ ਜ਼ਿਆਦਾ।
ਇਸ ਤਰ੍ਹਾਂ ਉੱਥੇ ਪਹੁੰਚ ਜਾਂਦਾ ਹੈ ਜਿੱਥੇ ਕੋਈ ਪੜ੍ਹਿਆ ਵਿਦਵਾਨ ਸੁਣਦਾ ਹੈ। ਲੋਕ ਬ੍ਰਿੰਦ ਮਹਿ ਲਿਖੈ ਪ੍ਰਥਮ ਇਮ। ਤੇ ਇਸੇ ਤਰ੍ਹਾਂ ਐਸੀ ਇਹਦੀ ਹਾਲਤ ਹੈ ਤੇ ਲੋਕਾਂ ਦੇ ਵਿੱਚ ਇਉਂ ਲਿਖ ਦਿੰਦਾ ਪਹਿਲਾਂ ਹੀ, ਭਾਵ ਕਿ ਜਿਵੇਂ ਉਹ ਪ੍ਰਚਾਰ ਵਾਸਤੇ ਆਪਦੇ ਇਸ਼ਤਿਹਾਰ ਇਸ ਤਰ੍ਹਾਂ ਛਪਵਾ ਦਿੰਦਾ ਹੈ ਹੋਏ ਪਰਾਜੈ ਚਰਚਾ ਮਹਿ ਕਿਮ। ਵੀ ਸਾਡੇ ਜਿਹਦੇ ਨਾਲ ਚਰਚਾ ਹੋ ਜਾਵੇ ਮੇਰੀ, ਦੋਵਾਂ ਚੋਂ ਜਿਹੜਾ ਵੀ ਚਰਚਾ ਦੇ ਵਿੱਚ ਕਿਸੇ ਤਰ੍ਹਾਂ ਵੀ ਜਿੱਤ ਜਾਵੇਗਾ, ਜਿਹਦੀ ਪਰਾਜੈ ਜਿੱਤ ਹੋਵੇਗੀ, ਤਿਸ ਕੇ ਪੁਸਤਕ ਛੀਨੈ ਸਾਰੇ। ਤੇ ਉਹ ਦੂਜੇ ਦੇ ਸਾਰੇ ਹੀ ਪੁਸਤਕ ਜਿਹੜੇ ਗ੍ਰੰਥ ਹੈ ਖੋਹ ਲਵੇਗਾ। ਭਾਵ ਜਿਹੜਾ ਜਿੱਤ ਗਿਆ ਉਹ ਹਾਰੇ ਦੇ ਸਾਰੇ ਗ੍ਰੰਥ ਖੋਹ ਲਵੇਗਾ। ਕੋਈ ਹੱਕ ਨਹੀਂ ਹਾਰੇ ਨੂੰ ਗ੍ਰੰਥ ਪੜ੍ਹਨੇ ਦਾ। ਜੀਤਨ ਹਾਰੋ ਲੇਹ ਸੰਭਾਰੇ। ਆ ਜਿਹੜਾ ਜਿੱਤਣਹਾਰ ਉਹ ਜਿੱਤਣ ਵਾਲਾ ਹੈ, ਉਹ ਸਾਰੇ ਗ੍ਰੰਥ ਹਾਰੇ ਹੋਏ ਵਿਦਵਾਨ ਦੇ ਖੋਹ ਲਵੇਗਾ, ਸਾਂਭ ਲਵੇਗਾ। ਲੋਕ ਮਿਲਹਿ ਬਹੁ ਚਰਚਾ ਮਾਹੀ। ਤੇ ਜਦੋਂ ਚਰਚਾ ਹੁੰਦੀ ਫਿਰ ਇਹਦੀ ਕਿਸੇ ਪਿੰਡ ਵਿੱਚ, ਤੇ ਤਮਾਸ਼ਾ ਵੇਖਣ ਵਾਲੇ ਬੜੇ ਲੋਕ ਮਿਲਦੇ, ਉੱਥੇ ਬੜੇ ਵੱਡੇ ਵੱਡੇ ਇਕੱਠ ਹੁੰਦੇ ਆ। ਸੁਣੈ ਸਰਬ ਹੀ ਹਿਰਦੇ ਉਮਾਹੀ। ਤੇ ਇਹਦੀ ਚਰਚਾ ਬੜੀ ਦੂਰੋਂ ਦੂਰੋਂ ਲੋਕ ਸੁਣਨ ਵਾਸਤੇ ਆਉਂਦੇ ਆ, ਬੜੇ ਉਤਸ਼ਾਹ ਦੇ ਨਾਲ ਵੀ। ਅੱਜ ਬੀਣੀ ਬ੍ਰਾਹਮਣ ਪੰਡਤ ਫਲਾਣੀ ਥਾਂ ਆਇਆ ਹੋਇਆ ਤੇ ਉੱਥੇ ਉਹਦੀ ਚਰਚਾ ਹੈ ਕਿਸੇ ਵਿਦਵਾਨ ਨਾਲ, ਤੇ ਵੇਖੀ ਉਹਨੂੰ ਕਿਵੇਂ ਹਰਾਉਂਦਾ। ਤਮਾਸ਼ਾ ਵੇਖਣ ਵਾਲੇ ਬੜੇ ਲੋਕ ਉੱਥੇ ਇਕੱਠੇ ਹੁੰਦੇ ਆ। ਬੇਨੀ ਪੰਡਤ ਜੀਤਹਿ ਜਬ ਹੂੰ। ਤੇ ਜਦੋਂ ਫਿਰ ਬੇਣੀ ਬ੍ਰਾਹਮਣ ਪੰਡਤ ਜਿੱਤਦਾ ਹੈ, ਦੇਜ ਤੇ ਪੁਸਤਕ ਛੀਨਹਿ ਸਭ ਹੂੰ। ਤੇ ਆਪਦੇ ਸਾਹਮਣੇ ਵਾਲੇ ਤੋਂ ਜਿਹੜਾ ਹਾਰਿਆ ਹੈ ਉਹਦੇ ਤੋਂ ਸਾਰੀਆਂ ਹੀ ਪੁਸਤਕਾਂ ਗ੍ਰੰਥ ਖੋਹ ਲੈਂਦਾ ਤੇ ਗੱਡੇ ਵਿੱਚ ਰੱਖੀ ਜਾਂਦਾ ਹੈ। ਇਸ ਤਰ੍ਹਾਂ ਕਹਿੰਦੇ ਨੇ ਕਈ ਗੱਡੇ ਜੇ ਭਰੇ ਹੋਏ ਆ ਤੇ ਤੁਰਿਆ ਫਿਰਦਾ ਗੱਡੇ ਭਰੀ ਜਾਂਦਾ ਗ੍ਰੰਥਾਂ ਦੇ। ਸੁਨਹਿ ਧਨੀ ਨਨ ਅਰ ਪਾਵਹਿ। ਤੇ ਇਹਨੂੰ ਬੜਾ ਵਿਦਵਾਨ ਜਾਣ ਕੇ ਸਤਿਕਾਰ ਕਰਦੇ ਹੋਏ ਜਿਹੜੇ ਧਨੀ ਮਾਇਆਧਾਰੀ ਲੋਕ ਹੈ ਉਹ ਆਣ ਇਹਨੂੰ ਬੜੀ ਭੇਟਾ ਮਾਇਆ ਦਿੰਦੇ ਆ। ਬਹੁ ਕੀਰਤ ਕੋ ਕਹਿ ਸੁਨਾਵਹਿ। ਤੇ ਬੜੀ ਇਹਦੀ ਸੋਭਾ ਵਡਿਆਈ ਲੋਕ ਕਰਦੇ ਆ ਵੀ ਬੇਣੀ ਪੰਡਤ ਜਿਹੜਾ ਹੈ ਉਹ ਦਿਗਵਿਜਈ ਹੈ, ਕੋਈ ਜੰਮਿਆ ਨਹੀਂ ਜਿਹੜਾ ਬ੍ਰਾਹਮਣ ਬੇਣੀ ਨੂੰ ਵਿਦਿਆ ਵਿੱਚ ਹਰਾ ਦੇਵੇ, ਵਿਚਾਰ ਵਿੱਚ ਹਰਾ ਸਕੇ। ਇਸ ਬਿਧ ਬਹੁਤੇ ਨਗਰ ਮਝਾਰਾ। ਇਸ ਤਰ੍ਹਾਂ ਹੀ ਇਹ ਬੜੇ ਪਿੰਡਾਂ ਦੇ ਵਿੱਚ ਤੁਰਿਆ ਫਿਰਦਾ ਹੈ। ਫਿਰਤ ਲਦਾਇਓ ਪੁਸਤਕ ਭਾਰਾ। ਤੇ ਉਹ ਉੱਠ ਜਿਹਾ ਲੱਦ ਕੇ ਨਾ ਇਹਦਾ ਗੱਡਾ ਭਰਿਆ ਹੋਇਆ ਉੱਠ ਦੇ ਮਗਰ ਪਾਇਆ, ਪੁਸਤਕਾਂ ਦਾ ਭਾਰ ਬੰਨੀ ਫਿਰਦਾ ਤੇ ਪਿੰਡਾਂ ਵਿੱਚ ਇਸ ਤਰ੍ਹਾਂ ਹੀ ਤੁਰਿਆ ਫਿਰਦਾ। ਜਿੱਥੇ ਇਹਨੂੰ ਕੋਈ ਦਿਸਦਾ ਵੀ ਵਿਦਿਆ ਚਾਰ ਅੱਖਰ ਪੜ੍ਹਿਆ ਜਾਂ ਉਹਦੇ ਨਾਲ ਆਡਾ ਲਾਉਂਦਾ ਹੈ। ਉਸ਼ਟਰ ਏਕ ਲਿਓ ਸੰਗ ਫਿਰਹੀ। ਤੇ ਇੱਕ ਇਸ ਤਰ੍ਹਾਂ ਪੁਸਤਕਾਂ ਦਾ ਭਰਿਆ ਹੋਇਆ ਗੱਡ ਜੀ ਜਿਹੜੀ ਆ ਨਾਲ ਊਠ ਲੱਦ ਕੇ ਤੁਰੀ ਫਿਰਦਾ, ਨਾਲ ਹੀ ਉਹ ਲਈ ਫਿਰਦਾ ਹੈ। ਜਾਂ ਤੇ ਬਾਹ ਹੰਕਾਰ ਸੋ ਧਰਹੀ। ਇਸ ਕਰਕੇ ਵਿਦਿਆ ਬਹੁਤ ਪੜ੍ਹੀ ਹੋਣ ਕਰਕੇ ਇਹ ਆਪਦੇ ਆਪ ਨੂੰ ਵਿਦਿਆ ਜਿਹੜਾ ਮਾਰਤੰਡ ਕਹਾਉਂਦਾ ਤੇ ਬੜਾ ਹੰਕਾਰ ਸਹਿਤ ਹੋ ਰਿਹਾ ਹੈ। ਵਿਦਿਆਰਥੀ ਪਠੇ ਬੇਕਾਰਨ। ਬਾਕੀ ਇਹਦੀ ਮਹਿਮਾ ਸੁਣ ਸੁਣ ਕੇ ਬੜੇ ਵਿਦਿਆਰਥੀ ਪੜ੍ਹਨ ਵਾਲੇ ਇਹਦੇ ਤੋਂ ਵਿਦਿਆ ਪੜ੍ਹਨ ਵਾਸਤੇ ਫਿਰ ਹੈ ਸੰਗ ਬਹੁ ਕਰਤ ਵਿਚਾਰਨ। ਉਹ ਵੀ ਵਿਦਿਆ ਪੜ੍ਹਨ ਵਾਸਤੇ ਦੇ ਨਾਲ ਹੀ ਕਿੰਨੇ ਕਿੰਨੇ 100 ਵਿਦਿਆਰਥੀ ਰਹਿੰਦੇ ਆ, ਉਹ ਵਿਦਿਆ ਪੜ੍ਹਦੇ ਆ, ਨਾਲ ਨਾਲ ਇਹਦੇ ਨਾਲ ਰਹਿੰਦੇ, ਸਦਾ ਇਹਦੀ ਸੇਵਾ ਕਰਦੇ ਆ ਤੇ ਨਾਲ ਨਾਲ ਇਹ ਤੋਂ ਵਿਦਿਆ ਦੇ ਗ੍ਰੰਥ ਪੜ੍ਹਦੇ ਵਿਚਾਰਦੇ ਹਨ। ਮੈਂ ਦਿਗ ਵਿਜੈ ਕਰਾਂ ਛਿਤ ਫਿਰ ਕੈ। ਤੇ ਇਹਦੀ ਮਨ ਦੀ ਮਨਸਾ ਇਹ ਹੈ ਵੀ ਮੈਂ ਤੁਰ ਫਿਰ ਕੇ ਵਿਦਵਾਨਾਂ ਦੇ ਨਾਲ ਆਡੇ ਲਾ ਲਾ, ਮੱਥੇ ਲਾ ਲਾ ਕੇ ਸਾਰੀ ਧਰਤੀ ਜਿਹੜੀ ਵਾ ਫਤਿਹ ਕਰਨੀ। ਕੋਈ ਵਿਦਵਾਨ ਮੈਂ ਰਹਿਣ ਨਹੀਂ ਦੇਣਾ ਜਿਹੜਾ ਜਿੱਤਿਆ ਨਾ ਹੋਵੇ। ਕੋ ਠਹਿਰ ਹੈ ਵਿਦਿਆ ਸੰਗ ਅਰ ਕੈ। ਕਹਿੰਦੇ ਹੈ ਕੋਈ ਇੱਥੇ ਜਿਹੜਾ ਅੜ ਜਾਵੇ ਵਿਦਿਆ ਦੇ ਸਮੇਤ ਮੇਰੇ ਅੱਗੇ ਅੜ ਕੇ ਕੋਈ ਠਹਿਰ ਕੇ ਵਿਖਾਵੇ, ਕੋਈ ਅੱਗੇ ਨਹੀਂ ਅੜਨ ਦੇਵਾਂਗਾ। ਮਮ ਸਮ ਅਪਰ ਨਹੀਂ ਜਗ ਕੋਈ। ਕਿਉਂਕਿ ਸੰਸਾਰ ਵਿੱਚ ਮੇਰੇ ਵਰਗਾ ਹੋਰ ਕੋਈ ਵੱਡਾ ਵਿਦਵਾਨ ਨਹੀਂ ਪੈਦਾ ਹੋਇਆ। ਇਮ ਹੰਕਾਰ ਹਿਰਦੇ ਪਰ ਸੋਏ। ਇਸ ਤਰ੍ਹਾਂ ਕਵੀ ਜੀ ਕਹਿੰਦੇ ਆ ਹਿਰਦੇ ਵਿੱਚ ਬਹੁਤ ਭਾਰੀ ਹੰਕਾਰ ਬੇਣੀ ਪੰਡਤ ਦੇ ਹੈ। ਸਹਿਜ ਸੁਭਾਇਕ ਵਿਚਰਤ ਆਵਾ। ਤੇ ਇਸ ਤਰ੍ਹਾਂ ਇਹ ਸਾਰਿਆਂ ਵਿਦਵਾਨਾਂ ਨੂੰ ਝਗੜਦਾ ਹੋਇਆ, ਵਿਚਾਰ ਕਰਦਾ ਹੋਇਆ
ਸਹਿਜ ਸੁਭਾਏ ਕਿਤੇ ਇੱਧਰੋਂ ਗੋਇੰਦਵਾਲ ਸਾਹਿਬ ਵਾਲੇ ਪਾਸਿਓਂ ਲੰਘਿਆ ਆਇਆ ਹੈ। ਡੇਰੋ ਗੋਇੰਦਵਾਲ ਸੋ ਪਾਵਾ। ਨਦੀ ਦਾ ਕੰਢਾ ਵੇਖ ਕੇ ਇਹਨੇ ਗੋਇੰਦਵਾਲ ਸਾਹਿਬ ਜਾ ਡੇਰਾ ਪਾਇਆ। ਇਹ ਉਤਾਰਾ ਕੀਤਾ ਵਿਦਿਆਰਥੀਆਂ ਸਮੇਤ। ਤਹੈ ਸਤਿਗੁਰ ਕੀ ਸੁਨ ਕੈ ਕੀਰਤ। ਤੇ ਇੱਥੇ ਜਦੋਂ ਰੌਣਕ ਵੇਖੀ, ਪੁੱਛਿਆ ਕਿਸੇ ਨੂੰ ਵੀ ਇੱਥੇ ਕੌਣ ਰਹਿੰਦਾ। ਉਹ ਦੱਸਿਆ ਕਿਸੇ ਨੇ ਵੀ ਪਰਮੇਸ਼ਰ ਸਰੂਪ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਰਹਿੰਦੇ ਆ। ਇਹ ਗੁਰੂ ਅਮਰਦਾਸ ਮਹਾਰਾਜ ਦੀ ਜਦੋਂ ਬੇਣੀ ਬ੍ਰਾਹਮਣ ਨੇ ਬੜੀ ਮਹਿਮਾ ਵਡਿਆਈ ਸੁਣੀ ਹੈ। ਬਹੁ ਨਿਰਮਲ ਸਭ ਜਗ ਵਿਸਤੀਰਤ। ਤੇ ਬੜੇ ਨਿਰਮਲ ਹੈ, ਉਜਲ ਵਡਿਆਈ ਸੁਣੀ ਜਿਹੜੀ ਸਾਰੇ ਸੰਸਾਰ ਵਿੱਚ ਫੈਲੀ ਹੋਈ ਹੈ। ਚਹਤ ਦੇਖ ਬਿਰਦੇ ਉਮਾਹੂ। ਮਨ ਵਿੱਚ ਇੱਛਾ ਬਣੀ ਵੀ ਇਹੋ ਜਿਹੇ ਸਤਿਗੁਰਾਂ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਹੈ। ਵਹਿਰ ਗੁਰੂ ਆਏ ਛਿਨ ਤਾਹੂ। ਤੇ ਇਸ ਤਰ੍ਹਾਂ ਜਿਹੜਾ ਹੈ ਉਹ ਇਹਨੇ ਇੱਛਾ ਕੀਤੀ ਹਿਰਦੇ ਦੇ ਵਿੱਚ ਵੀ ਮਹਾਰਾਜ ਦੇ ਦਰਸ਼ਨ ਕੀਤੇ ਜਾਣ। ਤੇ ਗੁਰੂ ਅਮਰਦਾਸ ਜੀ ਮਹਾਰਾਜ ਵੀ ਕਿਤੇ ਉਸ ਚੁਬਾਰਾ ਸਾਹਿਬ ਦੇ ਸਥਾਨ ਤੋਂ ਕਿਤੇ ਬਾਹਰ ਨਿਕਲੇ ਹੋਏ ਸੀ। ਊਂ ਤਾਂ ਮਹਾਰਾਜ ਚੁਬਾਰਾ ਸਾਹਿਬ 'ਚ ਹੀ ਜ਼ਿਆਦਾ ਰਹਿੰਦੇ ਆ, ਇੱਥੇ ਸੰਗਤਾਂ ਦਰਸ਼ਨ ਕਰਦੀਆਂ, ਪਰ ਉਸ ਦਿਨ ਮਹਾਰਾਜ ਚੁਬਾਰਾ ਸਾਹਿਬ ਸਥਾਨ ਤੋਂ ਬਾਹਰ ਆਏ ਹੋਏ ਆ। ਸਥਿਤ ਬਾਪਿਕਾ ਨਿਕਟ ਸਥਾਨ। ਜਿੱਥੇ ਬੌਲੀ ਸਾਹਿਬ ਦੇ ਲਾਗੇ ਹੁਣ ਦਰਬਾਰ ਸਜਿਆ ਹੋਇਆ, ਇੱਥੇ ਮਹਾਰਾਜ ਦਾ ਦੀਵਾਨ ਸਜ ਰਿਹਾ ਹੈ। ਦਰਸਹਿ ਨਰ ਬੈਠੇ ਗੁਣ ਖਾਨ। ਗੁਣਾਂ ਦੀ ਖਾਨ ਗੁਰੂ ਅਮਰਦਾਸ ਮਹਾਰਾਜ ਦੇ ਬੜੇ ਜੀਵ ਸੰਗਤਾਂ ਦੂਰੋਂ ਦੂਰੋਂ ਆ ਕੇ ਦਰਸ਼ਨ ਕਰ ਰਹੀਆਂ ਹਨ। ਆਏ ਬਹਿਰ ਜਾਨ ਮਨ ਮਾਹੀ। ਤੇ ਮਹਾਰਾਜ ਜਾਣ ਗਏ ਵੀ ਕੋਈ ਹੰਕਾਰੀ ਤੁਰਿਆ ਆਉਂਦਾ ਹੈ। ਇਹ ਵਿਚਾਰ ਕਰਕੇ ਮਹਾਰਾਜ ਸਾਰਿਆਂ ਦੇ ਸਾਹਮਣੇ ਇੱਥੇ ਆਣ ਬੈਠੇ ਹੈ ਦੀਵਾਨ ਖੁੱਲੇ ਦੇ ਅੰਦਰ। ਉਠ ਪੰਡਿਤ ਆਇਓ ਪ੍ਰਭ ਪਾਹੀ। ਤੇ ਜਦੋਂ ਬ੍ਰਾਹਮਣ ਨੇ ਵੇਖਿਆ ਵੀ ਮਹਾਰਾਜ ਆਏ ਬੈਠੇ ਬਾਹਰ ਸੰਗਤਾਂ ਵਿੱਚ ਦਰਸ਼ਨ ਦੇ ਰਹੇ ਆ, ਬੇਣੀ ਵੀ ਉੱਠ ਕੇ ਸਤਿਗੁਰਾਂ ਦੇ ਪਾਸ ਪਹੁੰਚਿਆ ਹੈ। ਸਾਦਰ ਸਤਿਗੁਰ ਨਿਕਟ ਬਿਠਾਇਆ। ਮਹਾਰਾਜ ਨੇ ਇਹਦਾ ਸਤਿਕਾਰ ਕੀਤਾ, ਵਿਦਵਾਨ ਜਾਣ ਕੇ ਆਪਦੇ ਪਾਸ ਬਿਠਾਇਆ ਹੈ। ਕੁਸ਼ਲ ਖੇਮ ਬੂਝੀ ਹਰ ਖਾਇਆ। ਤੇ ਮਹਾਰਾਜ ਨੇ ਬੜੀ ਕੁਸ਼ਲ ਖੁਸ਼ੀ ਰਾਜੀ ਖੁਸ਼ੀ ਇਹਦੀ ਪੁੱਛੀ ਹੈ, ਖੁਸ਼ ਹੋ ਕਰਕੇ। ਤਬ ਸੰਗਤ ਬਹੁ ਦਰਸ਼ਨ ਕਰੈ। ਉਦੋਂ ਗੁਰੂ ਅਮਰਦਾਸ ਮਹਾਰਾਜ ਦੇ ਸੰਗਤ ਬਹੁਤ ਸਾਰੀ ਦਰਸ਼ਨ ਕਰਨ ਵਾਸਤੇ ਆਈ ਹੋਈ ਹੈ। ਬੰਦਹ ਚਰਨ ਉਪਾਇਨ ਧਰੈ। ਸੰਗਤਾਂ ਆਉਂਦੀਆਂ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਦੀਆਂ ਤੇ ਦਰਸ਼ਨਾਂ ਦੀ ਭੇਟਾਂ ਬੇਅੰਤ ਤਰ੍ਹਾਂ ਦੀ ਰੱਖਦੀਆਂ। ਕੋਈ ਲੀੜਾ ਬਸਤਰ ਕੱਪੜਾ ਗਹਿਣੇ ਗੱਟੇ ਬਹੁਤ ਆਈ ਜਾਂਦਾ। ਮਹਾਰਾਜ ਉੱਦਾਂ ਹੀ ਵਰਤਾਈ ਜਾਂਦੇ ਆ, ਰੱਖਦੇ ਕੁਝ ਵੀ ਨਹੀਂ ਜਾਂ ਵਾਪਸ ਮੁੜੀ ਜਾਂਦੇ ਆ। ਦਰਸ਼ਨ ਮਾਤਰ ਭੇਟਾ ਥੋੜ੍ਹੀ ਬਹੁਤ ਮਹਾਰਾਜ ਦਰਸ਼ਨਾਂ ਮਾਤਰ ਭੇਟਾ ਲਈ ਅੰਗੀਕਾਰ ਕਰੀ ਜਾਂਦੇ ਆ। ਇਸ ਤਰ੍ਹਾਂ ਸੰਗਤਾਂ ਆਉਂਦੀਆਂ ਹਜ਼ੂਰ ਦੇ ਦਰਸ਼ਨ ਖੁੱਲੇ ਕਰ ਰਹੀਆਂ ਹਨ। ਚਿਤ ਬਾਂਛਤ ਸਤਿਗੁਰ ਤੇ ਪਾਵੈ। ਤੇ ਮਨ ਵਿੱਚ ਜੋ ਵੀ ਇੱਛਾ ਹੁੰਦੀ ਹੈ ਉਹੀ ਸਤਿਗੁਰਾਂ ਦੇ ਪਾਸੋਂ ਪੂਰੀ ਹੋ ਜਾਂਦੀ ਹੈ। ਹਿਤ ਪਰਲੋਕ ਗਤ ਹਿਰਦੈ ਮਨਾਵੈ। ਤੇ ਮਹਾਰਾਜ ਦੇ ਹਿਰਦੇ ਵਿੱਚ ਚਰਨਾਂ ਨੂੰ ਮਨਾਉਂਦੇ ਪੂਜਦੇ ਹੈ ਵੀ ਸਾਡੀ ਮਹਾਰਾਜ ਕਲਿਆਣ ਕਰੋ ਮੁਕਤੀ ਵਾਸਤੇ। ਬੇਨੀ ਪੰਡਤ ਦੇਖ ਸਭਨ ਕੋ। ਬੇਣੀ ਜਿਹੜਾ ਹੈ ਪੰਡਤ ਆਇਆ ਹੋਇਆ ਹੰਕਾਰੀ ਹਜ਼ੂਰੀ 'ਚ ਬੈਠਾ ਹੈ ਮਹਾਰਾਜ ਦੇ ਪਾਸ, ਸੰਗਤਾਂ ਨੂੰ ਆਉਂਦਿਆਂ ਹੋਇਆਂ ਵੇਖਦਾ ਹੈ। ਮਨ ਹੰਕਾਰਤ ਕਰਿਓ ਬਚਨ ਕੋ। ਤੇ ਹੰਕਾਰ ਦੇ ਸਹਿਤ ਹੋ ਕਰਕੇ ਮਹਾਰਾਜ ਨੂੰ ਨੀਵਾਂ ਵਿਖਾਉਣ ਵਾਸਤੇ ਬੋਲਿਆ ਹੈ। ਤਪ ਤੀਰਥ ਬ੍ਰਤ ਦਾਨ ਮਹਾਨ। ਕਹਿੰਦਾ ਮਹਾਰਾਜ ਜਿੰਨੇ ਤਪ ਹੁੰਦੇ ਆ, ਕੋਈ ਤੀਰਥਾਂ ਦਾ ਇਸ਼ਨਾਨ ਹੈ, ਬੜੇ ਨਿਯਮ ਵਰਤ ਹੁੰਦੇ ਆ, ਮਹਾਨ ਸੰਜਮ ਵਰਤ ਨੇਮ ਤੀਰਥ ਇਸ਼ਨਾਨ ਜਿਹੜੇ ਭਾਰੀ ਜਾਪ ਤਪ ਹੁੰਦੇ ਆ। ਇਤਿਆਦਿਕ ਸ਼ੁਭ ਕਰਮ ਸੁਜਾਨਾ। ਇਹ ਮਹਾਰਾਜ ਜਾਣੋ ਵੀ ਚੰਗੇ ਹੁੰਦੇ ਆ। ਜਪ ਤਪ ਤੀਰਥ ਇਸ਼ਨਾਨ ਬੜੇ ਭਾਰੀ ਤਪ ਕਰਨੇ, ਵਰਤ ਸੰਜਮ ਚੰਦਰੈਣੀ ਵਰਤ ਰੱਖਣੇ, ਸੰਜਮ ਆਦਿਕ ਰੱਖਣੇ। ਮਹਾਰਾਜ ਜਾਣੋ ਵੀ ਇਹ ਬੜੇ ਚੰਗੇ ਹੁੰਦੇ ਆ, ਬਹੁਤ ਸੋਭਾ ਵਾਲੇ ਹੁੰਦੇ ਆ, ਬੜੇ ਫਲਦਾਇਕ ਹਨ। ਨਿਰਮਲ ਅੰਤఃਕਰਨ ਕਰਨ ਤੇ। ਕਿਉਂਕਿ ਇਹ ਜਿਹੜੇ ਆ ਨਾ ਸਾਰੇ ਮਨ ਦੀ ਮੈਲ ਕੱਟਦੇ ਆ। ਅੰਤঃਕਰਨ ਮਨ ਤੇ ਬੁੱਧ ਚਿੱਤ ਨੂੰ ਮਹਾਰਾਜ ਅੰਤঃਕਰਨ ਨੂੰ ਸਵੱਛ ਕਰਦੇ ਆ, ਪਵਿੱਤਰ ਕਰਦੇ ਆ। ਤਾ ਮਾਨਵ ਸ਼ੁਭ ਗਤੀ ਲਹੰਤੇ। ਜਦੋਂ ਅੰਤঃਕਰਨ ਸ਼ੁੱਧ ਹੋ ਜਾਂਦਾ ਹੈ
ਤੇ ਮਨੁੱਖ ਫਿਰ ਅੰਤਲੇ ਸਮੇਂ ਮੁਕਤੀ ਨੂੰ ਪ੍ਰਾਪਤ ਕਰ ਲੈਂਦੇ ਆ। ਤੁਮਰੇ ਪੰਥ ਵਿਖੈ ਇਹੋ ਨਾਹੀ। ਪਰ ਮਹਾਰਾਜ ਮੈਂ ਇੱਥੇ ਬੈਠਾ ਵੇਖ ਰਿਹਾ ਵੀ ਤੁਹਾਨੂੰ ਸੰਗਤਾਂ ਆਉਂਦੀਆਂ ਦਰਸ਼ਨ ਦਿਦਾਰੇ ਕਰਕੇ ਮੱਥਾ ਟੇਕਦੀਆਂ, ਪਰ ਜਪ ਤਪ ਕਰਨ ਦਾ, ਕੋਈ ਸੰਜਮ ਕਰਨ ਦਾ, ਕੋਈ ਵਰਤ ਨੇਮ ਦਾ ਇਹੋ ਜਿਹਾ ਤੁਸੀਂ ਮਹਾਰਾਜ ਕੋਈ ਉਪਦੇਸ਼ ਨਹੀਂ ਦੇ ਰਹੇ। ਤੁਹਾਡੇ ਘਰ ਵਿੱਚ ਕੋਈ ਇਹੋ ਜਿਹੀ ਰੀਤ ਨਹੀਂ ਦਿਸ ਰਹੀ ਹੈ ਵੀ ਤੀਰਥ ਇਸ਼ਨਾਨ ਦੀ, ਜਪ ਤਪ ਕਰਨ ਦੀ, ਬਹੁਤੇ ਨਿਯਮ ਵਰਤ, ਚੰਦਰੈਣੀ ਵਰਤ, ਇਹੋ ਜਿਹੀ ਤੁਹਾਡੇ ਘਰ ਵਿੱਚ ਕੋਈ ਮੈਨੂੰ ਰੀਤ ਨਹੀਂ ਦਿਸੀ ਹੈ। ਕੁਤੋ ਪਰਮ ਗਤ ਇਹੋ ਨਰ ਪਾਹੀ। ਤੇ ਜਿਸ ਤੋਂ ਇਹ ਸਾਰੇ ਜੀਵ ਵੱਡੀ ਪਦਵੀ ਮੁਕਤੀ ਪ੍ਰਾਪਤ ਕਰ ਸਕਣ। ਜੇ ਇਨ ਭਲਾ ਕਰਨ ਤੁਮ ਚਾਹੋ। ਤੇ ਮਹਾਰਾਜ ਨੂੰ ਮੱਤ ਦੇਣ ਲੱਗ ਪਿਆ, ਕਹਿੰਦਾ ਮਹਾਰਾਜ ਜੇ ਤੁਸੀਂ ਇਹਨਾਂ ਸਾਰਿਆਂ ਦਾ ਭਲਾ ਕਰਨਾ ਚਾਹੁੰਦੇ ਹੋ ਨਾ, ਵੀ ਤੁਹਾਡੇ ਲੜ ਲੱਗੇ ਆ ਸਿੱਖ, ਜੇ ਤੁਸੀਂ ਚਾਹੁੰਦੇ ਹੋ ਵੀ ਇਹਨਾਂ ਦਾ ਭਲਾ ਕਰੀਏ, ਆਸ ਉਪਦੇਸ਼ ਦੇਹੋ ਦੁਖ ਦਾਹੋ। ਤੇ ਮਹਾਰਾਜ ਇਹਨਾਂ ਨੂੰ ਇਹ ਉਪਦੇਸ਼ ਦਿਓ ਵੀ ਵਰਤ ਰੱਖਿਆ ਕਰਨ, ਤੇ ਤੀਰਥਾਂ ਦਾ 68 ਤੀਰਥਾਂ ਦਾ ਇਸ਼ਨਾਨ ਕਰਿਆ ਕਰਨ, ਹੋਰ ਆ ਚੰਦਰੈਣੀ ਵਰਤ ਸੰਜਮ ਨਿਯਮ ਰੱਖਿਆ ਕਰਨ। ਤੇ ਇਹੋ ਜਿਹਾ ਤੁਸੀਂ ਉਪਦੇਸ਼ ਦਿਓ ਜੇ ਇਹਨਾਂ ਦੀ ਸੁੱਖ ਚਾਹੁੰਦੇ ਹੋ, ਸ਼ਾਂਤੀ ਚਾਹੁੰਦੇ ਹੋ। ਇਹ ਉਪਦੇਸ਼ ਤੁਸੀਂ ਮਹਾਰਾਜ ਇਹਨਾਂ ਨੂੰ ਦਿਆ ਕਰੋ। ਦੁੱਖ ਦਾਹੋ, ਇਹਨਾਂ ਦੇ ਦੁੱਖ ਕੱਟੇ ਜਾਣਗੇ। ਤਪ ਆਦਿਕ ਮਹਿ ਜੋਰਹ ਇਨ ਕੋ। ਤੇ ਇਹਨਾਂ ਨੂੰ ਤਪ ਕਰਨ ਵਿੱਚ ਇਹਨਾਂ ਨੂੰ ਜੋੜੋ। ਸਿੱਖਾਂ ਨੂੰ ਤਪ ਕਰਨ ਦੀ ਸਿੱਖਿਆ ਮਤ ਉਪਦੇਸ਼ ਦਿਓ, ਤੁਸੀਂ ਜੋੜਨਾ ਕਰੋ। ਇਸ ਵਿਧ ਬਿਮਲ ਕਰਹ ਇਨ ਮਨ ਕੋ। ਇਸੇ ਤਰ੍ਹਾਂ ਇਹਨਾਂ ਦਾ ਮਨ ਫਿਰ ਉਜਲ ਕਰੋ ਤੁਸੀਂ। ਵਰਤ ਆਦਿਕ ਦੱਸੋ, ਇਹੋ ਜਿਹੇ ਇਹਨਾਂ ਨੂੰ ਸਾਧਨ ਦੱਸ ਕੇ ਇਹਨਾਂ ਦਾ ਮਨ ਤੁਸੀਂ ਪਵਿੱਤਰ ਕਰੋ। ਉਪਦੇਸ਼ਹ ਸ਼ਾਸਤਰਨ ਕੋ ਮਤ ਜਿਮ। ਜਿਹੜਾ ਸ਼ਾਸਤਰਾਂ ਦਾ ਮਤ ਹੈ, ਵੇਦਾਂਤ ਦਾ ਮਤ ਹੈ, ਸ਼ਾਂਖ ਦਾ, ਮੀਮਾਂਸਾ ਦਾ, ਪਤੰਜਲ ਦਾ, ਤੋ ਨਿਆਇ ਸ਼ਾਸਤਰ ਦਾ ਹੈ, ਇਹ ਸਾਰਿਆਂ ਸ਼ਾਸਤਰਾਂ ਦਾ ਮਹਾਰਾਜ ਜਿਹੜਾ ਮਤ ਹੈ ਨਾ, ਵੀ ਉਹ ਤੁਸੀਂ ਇਹਨਾਂ ਨੂੰ ਪ੍ਰੇਰੋ। ਇਹਨਾਂ ਨੂੰ ਦੱਸੋ ਵੀ ਸ਼ਾਸਤਰਾਂ ਦੇ ਅਨੁਸਾਰ ਇਹਨਾਂ ਨੂੰ ਦੱਸੋ ਵੀ ਤਤ ਤੁਅੰ ਅਸਮੀ, ਅਹੰ ਬ੍ਰਹਮ ਅਸਮੀ, ਅਹੋ ਬ੍ਰਹਮੰ ਸੰ। ਐਸੇ ਜਿਹੜੇ ਸ਼ਬਦ ਆ ਸ਼ਾਸਤਰਾਂ ਵੇਦਾਂ ਦੇ, ਉਹ ਸਾਰਾ ਏਕੋਹੰ ਬਹੁ ਸਿਆਮੰ, ਐਸੇ ਜਿਹੜੇ ਸ਼ਬਦ ਆ ਉਹ ਵਰਤ ਰੱਖਣ ਦੇ, ਜਪ ਤਪ ਕਰਨ ਦੇ, ਵੇਦਾਂ ਸ਼ਾਸਤਰਾਂ ਦੇ ਇਹਨਾਂ ਨੂੰ ਮਤ ਦਿਓ। ਵੇਦਾਂ ਸ਼ਾਸਤਰਾਂ ਦੀ ਮਤ ਪੱਕੀ ਕਰਵਾਓ। ਇਨ ਕੀ ਛੇਮ ਹੋਤ ਕਹੀਐ ਤਿਮ। ਤੇ ਇਸ ਨਾਲ ਮਹਾਰਾਜ ਤੁਹਾਡੇ ਕਹਿਣ ਨਾਲ ਫਿਰ ਇਹਨਾਂ ਦੀ ਛੇਮ ਕਹੀਏ ਮੁਕਤੀ ਹੋਵੇਗੀ। ਸੁਨ ਪੰਡਿਤ ਤੇ ਗੁਰੂ ਪ੍ਰਬੀਨ। ਗੁਰੂ ਸੁਗੜ ਸਰੂਪ ਸਿਆਣੇ ਆ ਗੁਰੂ ਅਮਰਦਾਸ ਮਹਾਰਾਜ ਤੋਂ ਕਿਹਦੀ ਮਤ ਵੱਧ ਹੈ, ਇਹਦੇ ਤੋਂ ਸੁਣ ਕਰਕੇ ਸੱਚੇ ਪਾਤਸ਼ਾਹ ਦੀਆਂ ਹੰਕਾਰਤ ਕੋ ਉੱਤਰ ਦੀਨ। ਮਹਾਰਾਜ ਜਾਣਗੇ ਵੀ ਬੜਾ ਹੰਕਾਰੀ ਹੈ। ਹੰਕਾਰੀ ਬੇਣੀ ਨੂੰ ਸੱਚੇ ਪਾਤਸ਼ਾਹ ਜੀ ਹੁਣ ਉੱਤਰ ਦਿੱਤਾ, ਜਵਾਬ ਦਿੰਦੇ ਆ।